ਨੈਕਸਟ ਅਸੀਂ ਦੇਖਾਂਗੇ ਬੇਸਿਸ ਐਂਡ ਕ੍ਰਿਸਟਲ ਸਟਰਕਚਰ। तो देखो ਇਹ ਜਿਹੜੀ ਚੀਜ਼ ਆ ਨੈਟਵਰਕ ਆਫ ਜਿਹੜਾ ਪੁਆਇੰਟਸ ਹੈ ਉਹ ਅਸੀਂ ਬੋਲਿਆ ਕਿ ਇਹ ਤੁਹਾਡਾ ਲੈਟਿਸ ਹੈ, ਪਰ ਇਹ ਸਿਰਫ ਲੈਟਿਸ ਹੈ, ਜਸਟ ਪੁਆਇੰਟਸ ਨੇ। ਠੀਕ ਹੈ, ਪੁਆਇੰਟਸ ਤੇ ਉਹਨਾਂ ਪੁਆਇੰਟਸ ਦੇ ਉੱਪਰ ਅਗਰ ਸਾਡੇ ਕੋਲ ਐਟਮਸ ਜਾਂ ਫਿਰ ਸਾਡੇ ਕੋਲ ਮੋਲੀਕਿਊਲਸ ਹੋਣਗੇ ਤਾਂ ਹੀ ਇੱਕ ਕ੍ਰਿਸਟਲ ਸਟਰਕਚਰ ਜਿਹੜੀ ਆ ਉਹ ਬਣੂਗੀ। ਤਾਂ ਜਿਹੜਾ ਇੱਕ ਇਹ ਜਿਹੜੀ ਚੀਜ਼ ਹੈ ਪੂਰੀ ਲੈਟਿਸ ਹੈ। ਠੀਕ ਹੈ, ਔਰ ਇਹ ਜਿਹੜੀ ਚੀਜ਼ ਹੈ, ठीक है, शो की हुई है, इट मे बी अ सिंगल एटम और ग्रुप ऑफ एटम और मॉलिक्यूलर आयन्स जिमें कि लिखा होया वा। अगर कॉपर से असी क्रिस्टल लेना तो कॉपर होगा इस जगह पे। ठीक है, तो या फिर ग्रुप ऑफ एटम्स हो सकते हैं जिमें NaCl वगैरह। ठीक है, तो ए विच Na और Cl इस तरीके नाल जेड़ा ਇਹ ਲੈਟਿਸ ਦੇ ਉੱਪਰ ਅਗਰ ਅਸੀਂ ਬੇਸਿਸ ਦੇ ਪੁਆਇੰਟਸ ਲਗਾਵਾਂਗੇ ਸਾਰੇ ਤਾਂ ਉਸ ਫਿਰ ਇਹ ਜਿਹੜੀ ਚੀਜ਼ ਹੈ ਇਹ ਪੂਰੀ ਤੁਹਾਡੀ ਕ੍ਰਿਸਟਲ ਸਟਰਕਚਰ ਜਿਹੜੀ ਹੈ ਉਹ ਬਣ ਜੂਗੀ। ਤਾਂ ਉਹਨਾਂ ਨੇ ਮੈਥਮੈਟੀਕਲ ਥੋੜ੍ਹਾ ਇਸ ਤਰੀਕੇ ਨਾਲ ਲਿਖਿਆ ਹੋਇਆ ਉਹਨੂੰ ਕਿ ਕ੍ਰਿਸਟਲ ਸਟਰਕਚਰ ਕੀ ਹੁੰਦੀ ਆ, ਲੈਟਿਸ ਪਲੱਸ ਇੱਕ ਬੇਸਿਸ। ਤਾਂ ਬੇਸਿਸ ਕੀ ਹੈ, ਬੇਸਿਸ ਤੁਹਾਡਾ ਕੋਈ ਵੀ ਸਿੰਗਲ ਐਟਮ ਆ ਜਾਂ ਫਿਰ ਗਰੁੱਪ ਆਫ ਐਟਮਸ ਹੈ ਜਿਹਨੂੰ ਤੁਸੀਂ ਲੈਟਿਸ ਪੁਆਇੰਟਸ ਦੇ ਉੱਪਰ ਰੱਖਦੇ ਹੋ ਤਾਂ ਤੁਹਾਡੇ ਕੋਲ ਕ੍ਰਿਸਟਲ ਸਟਰਕਚਰ ਜਿਹੜੀ ਹੈ ਉਹ ਤੁਹਾਡੇ ਕੋਲ ਬਣ ਜਾਂਦੀ ਹੈ। ਠੀਕ ਹੈ ਜੀ, ਤਾਂ ਇਸ ਤੋਂ ਇਲਾਵਾ ਹੁਣ ਗੱਲ ਆਉਂਦੀ ਹੈ ਤੁਹਾਡੀ ਯੂਨਿਟ ਐਂਡ ਪ੍ਰਿਮਿਟਿਵ ਸੈਲਸ ਦੀ। ਠੀਕ ਹੈ, ਤਾਂ ਯੂਨਿਟ ਸੈੱਲ ਜਿਹੜਾ ਵਾ ਸਪੋਜ਼ ਜਿਵੇਂ ਇਹ ਸਾਡੇ ਕੋਲ ਲੈਟਿਸ ਹੈਗਾ ਹੈ। ਠੀਕ ਹੈ, ਤਾਂ ਯੂਨਿਟ ਸੈੱਲ ਜਿਹੜਾ ਵਾ ਉਹ ਸਾਡੇ ਕੋਲ ਕੋਈ ਵੀ ਹੋ ਸਕਦਾ ਹੈ। ਠੀਕ ਹੈ, तो यूनिट सैल मतलब वो वाली चीज़ जी कि अपने आप को रिपीट कर रही है। हुण जिवें सपोज असीं आ लै लीए PMNOP असीं ए वाला एक लै लीए, हुण यही चीज़ इत्थे इधर भी बन सकती है, सिमिलरली इत्थे भी बन सकती है, इस तरह ये बनती चलूगी। तो इस तरीके नाल दिस कुड ऑल्सो भी यूज्ड एज अ यूनिट सैल। इस तो इलावा ये भी यूनिट सैल हो सकता है। ठीक है, ਇਹ ਚੀਜ਼ ਵੀ ਯੂਨਿਟ ਸੈੱਲ ਹੋ ਸਕਦੀ ਕਿਉਂਕਿ ਇਹਨੂੰ ਇੱਧਰ ਸਾਈਡ ਡਿਸਪਲੇਸ ਕਰ ਦਿਓ, ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਹ ਵੀ ਬਣ ਸਕਦਾ। ਤਾਂ ਇਸ ਤਰੀਕੇ ਨਾਲ ਕੋਈ ਵੀ ਜਿਹੜਾ ਵਾ ਇਹਨਾਂ ਸਾਰੇ ਜਿਵੇਂ ਕੁਛ ਆਪਸ਼ਨਸ ਤੁਹਾਨੂੰ ਦਿੱਤੀਆਂ ਹੋਈਆਂ ਨੇ ਇਹਨਾਂ ਵਿੱਚ ਕੋਈ ਵੀ ਜਿਹੜਾ ਵਾ ਉਹ ਇੱਕ ਯੂਨਿਟ ਸੈੱਲ ਦੀ ਤਰ੍ਹਾਂ ਐਕਟ ਕਰ ਸਕਦਾ। ਠੀਕ ਹੈ, ਤਾਂ ਦੇਖੋ ਤੁਹਾਡੇ ਲਿਖਿਆ ਹੋਇਆ ਇੱਥੇ ਦ ਚੋਇਸ ਆਫ ਯੂਨਿਟ ਸੈੱਲ ਇਜ਼ ਨੋਟ ਯੂਨੀਕ। ਠੀਕ ਹੈ, ਤਾਂ ਸਮ ਅਦਰ ਯੂਨਿਟ ਸੈੱਲਸ ਜਿਹੜੇ ਹੈ ਤੁਹਾਨੂੰ ਇੱਥੇ ਸ਼ੋ ਕੀਤੇ ਹੋਏ ਨੇ। 3 ਡਾਇਮੈਂਸ਼ਨਲ ਕੇਸ ਜਿਹੜੇ ਹੈ ਤੁਹਾਨੂੰ ਪਤਾ ਉਹਦੇ ਵਿੱਚ ਸਾਡੇ ਕੋਲ ਪੈਰਲੋਪਾਈਟਸ ਹੋਣਗੇ। ठीक है, ਜਿਹਦੇ ਵਿੱਚ ਜਿਹੜੇ ਕਿ ਬੈਕ ਸਾਈਡ ਨੂੰ ਵੀ ਮਤਲਬ ਕਹਿ ਲਓ ਕਿ ਜਿਵੇਂ ਤੁਹਾਡੇ ਜਿਹੜੇ ਆ ਉਹ ਪ੍ਰੋਪਰ ਉਸ ਤਰੀਕੇ ਨਾਲ ਜਿਹੜੇ ਆ ਬਣੇ ਹੋਣਗੇ ਕਿਉਂਕਿ ਇਹ 2 ਡਾਇਮੈਂਸ਼ਨਸ ਹੈ ਤੁਹਾਡੇ ਇੱਥੇ ਸ਼ੋ ਕੀਤਾ ਹੋਇਆ ਕਿਉਂਕਿ ਪੇਜ ਦੇ ਉੱਪਰ 2 ਡਾਇਮੈਂਸ਼ਨ ਸ਼ੋ ਕਰਨਾ ਹੀ। ਠੀਕ ਹੈ, ਇਸ ਤੋਂ ਇਲਾਵਾ ਹੁਣ ਇੱਕ ਹੋਰ ਸੈਲਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਬੋਲਦੇ ਹਾਂ ਪ੍ਰਿਮਿਟਿਵ ਸੈਲਸ। ਠੀਕ ਹੈ, ਤਾਂ ਪ੍ਰਿਮਿਟਿਵ ਸੈਲਸ ਜਿਹੜੇ ਉਹ ਸਾਡੇ ਕੋਲ ਕੀ ਹੁੰਦੇ ਆ ਕਿ ਅਗਰ ਅਸੀਂ ਇਹ ਜਿਹੜੀ ਜਿੰਨੇ ਵੀ ਸਾਡੇ ਯੂਨਿਟ ਸੈਲਸ ਨੇ ਅਗਰ ਅਸੀਂ ਉਹਨਾਂ ਨੂੰ ਡਿਸਪਲੇਸ ਕਰੀਏ ਆਪਣੀ ਪੋਜੀਸ਼ਨ ਤੋਂ ਥੋੜ੍ਹਾ ਜਿਹਾ ਦੂਜੀ ਤਰਫ ਜਾਈਏ ਤਾਂ ਅਗਰ ਅਸੀਂ ਜਾਈਏ ਇੱਕ ਸਾਈਡ 'ਤੇ। ਠੀਕ ਹੈ, ਅਤੇ ਅਗਰ ਉਹ ਸੱਚ ਯੂਨਿਟ ਸੈਲਸ ਵਿਚ ਕੰਟੇਨ ਓਨਲੀ 1 ਲੈਟਿਸ ਪੁਆਇੰਟ। ਦੇਖੋ ਹੁਣ ਇਸ ਨੂੰ ਤੁਸੀਂ ਥੋੜ੍ਹਾ ਜਿਹਾ ਡਿਸਪਲੇਸ ਕੀਤਾ ਇਹ ਜਿਹੜੀ ਡੋਟਡ ਵਾਲੀ ਪੋਜੀਸ਼ਨ ਇਹਦੇ ਉੱਪਰ, ਤਾਂ ਇਸ ਡੋਟਡ ਪੋਜੀਸ਼ਨ ਦੇ ਇਨ ਬਿਟਵੀਨ ਸਾਡੇ ਕੋਲ ਸਿਰਫ ਵੀਕ ਸੈੱਲ ਆ ਰਿਹਾ, ਇੱਕ ਪੁਆਇੰਟ ਤੁਹਾਡੇ ਕੋਲ ਆ ਰਿਹਾ। ਠੀਕ ਹੈ, तो ਜਿਹੜਾ ਇਹ ਆ ਇਹ ਫਿਰ ਜਿਹੜੇ ਨੇ ਸਾਡੇ ਕੋਲ ABCD ਔਰ EFGH ਇਹ ਤੁਹਾਡੇ ਕੋਲ ਜਿਹੜੇ ਨੇ ਇਹ ਤੁਹਾਡੇ ਕੋਲ ਕੀ ਨੇ, ਇਹ ਤੁਹਾਡੇ ਕੋਲ ਪ੍ਰਿਮਿਟਿਵ ਸੈਲਸ ਨੇ। ਠੀਕ ਹੈ, ਔਨ ਦਾ ਅਦਰ ਹੈਂਡ ਜਿਵੇਂ ਸਾਡੇ ਕੋਲ A ਵਾਲਾ ਹੈਗਾ ਅਗਰ ਤੁਸੀਂ ਇਹਨੂੰ ਡਿਸਪਲੇਸ ਕਰੋਗੇ ਸਪੋਜ਼ ਮੈਂ ਇਹਨੂੰ ਹਲਕਾ ਜਿਹਾ ਇਸ ਤਰਫ ਡਿਸਪਲੇਸ ਕਰ ਦਿੰਦੀ ਹਾਂ ਤਾਂ ਦੇਖੋ ਤੁਹਾਡੇ ਕੋਲ 2 ਆ ਜਾਂਦੇ ਨੇ। ਇਹ ਵਾਲੇ ਜਿਹੜੇ 2 ਪੁਆਇੰਟ ਸਾਡੇ ਕੋਲ ਆ ਜਾਣਗੇ ਅਗਰ ਮੈਂ ਉੱਪਰ ਨੂੰ ਡਿਸਪਲੇਸ ਕਰਦੀ ਹਾਂ, ਅਗਰ ਨੀਚੇ ਨੂੰ ਕਰਦੀ ਹਾਂ ਤਾਂ ਫਿਰ ਇਹ 2 ਪੁਆਇੰਟਸ ਆ ਜਾਂਦੇ ਨੇ। ਤਾਂ ਕਿਸੇ ਨਾ ਕਿਸੇ ਤਰੀਕੇ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਇੱਕ ਪੁਆਇੰਟ ਨਹੀਂ ਆਏਗਾ, ਤੁਹਾਡੇ ਕੋਲ ਮੋਰ ਦੈਨ 1 ਪੁਆਇੰਟ ਆਉਣਗੇ। ਔਰ ਅਗਰ ਤੁਹਾਡੇ ਕੋਲ ਮੋਰ ਦੈਨ 1 ਪੁਆਇੰਟ ਆ ਰਹੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਸੈੱਲ ਹੈ ਉਹ ਪ੍ਰਿਮਿਟਿਵ ਸੈੱਲ ਨਹੀਂ ਹੈ। ਤਾਂ ਦਿਸ ਇਜ਼ ਯੂਰ ਯੂਨਿਟ ਸੈੱਲ ਐਂਡ this could be used as a unit cell and this is your primitive cell। ठीक है, ਇਸ ਤੋਂ ਇਲਾਵਾ ਇੱਕ ਹੋਰ ਸੈੱਲ ਹੈ ਜਿਹਨੂੰ ਅਸੀਂ ਬੋਲਦੇ ਹਾਂ ਵਿਗਨਸੀਥ ਸੈੱਲ। ਉਹ ਜਿਹੜਾ ਇਹ ਮੈਥਡ ਹੈ ਇਹ ਮੈਥਡ ਹੈਗਾ ਚੂਜ਼ ਕਰਨ ਦਾ ਪ੍ਰਿਮਿਟਿਵ ਸੈੱਲ ਆਫ ਇਕੁਅਲ ਵੋਲਿਊਮ ਵੀ। ਤਾਂ ਇਹਨੂੰ ਐਕਚੁਅਲੀ ਇਹਦੀ ਡਾਇਗਰਾਮ ਤੁਹਾਡੀ ਇੱਥੇ ਦਿੱਤੀ ਹੋਈ ਨੇ। ਤਾਂ ਤੁਸੀਂ ਕੀ ਕਰਨਾ ਹੈ ਕਿ ਕਿਸੇ ਵੀ ਲੈਟਿਸ ਪੁਆਇੰਟ ਤੋਂ ਸਪੋਜ਼ ਇਹ ਵਾਲਾ ਸਪੋਜ਼ ਕੋਈ ਲੈਟਿਸ ਪੁਆਇੰਟ ਆ ਇਹਦੇ ਤੋਂ ਤੁਸੀਂ ਬਾਕੀ ਜਿੰਨੇ ਵੀ ਨੀਅਰ ਬਾਏ ਲੈਟਿਸ ਪੁਆਇੰਟਸ ਹੈਗੇ ਉਹਨਾਂ ਦੇ ਨੂੰ ਤੁਸੀਂ ਇਸ ਤਰੀਕੇ ਨਾਲ ਅਰੇਂਜ ਜਿਹੜਾ ਇਹਨੂੰ ਤੁਸੀਂ ਜੁਆਇਨ ਕਰ ਦੇਣਾ। ਤਾਂ ਜਿਵੇਂ ਤੁਸੀਂ ਜੁਆਇਨ ਕਰ ਦੋਗੇ
ठीक है। सेलेक्ट एनी पॉइंट ऑन द लैटिस एंड ड्रॉ लाइन्स टू कनैक्ट द पॉइंट्स टू ऑल नियर बाय लैटिस पॉइंट्स। और उस तो बाद की करना है एट द मिड पॉइंट के उपर जाके तुसी नॉर्मल ड्रॉ करने है लाइन्स की इस तरीके नाल नॉर्मल ड्रॉ किते। और जेड़ा भी स्मॉलेस्ट वॉल्यूम इनक्लोज किया होया इस तरीके नाल इनू असी बोलते हैं इनू असी बोलांगे विगनर सीड्स सैल। तो ये तुहाडा जेड़ा वा वो प्रिमिटिव सैल होएगा प्रॉपर ये तुहाडा होएगा मतलब स्मॉलेस्ट वॉल्यूम होएगा इस तरीके नाल तुहाडा इनक्लोज किया है। तो स्मॉलेस्ट वॉल्यूम जेड़ा जिस सैल का हुंदा है उन्होंने असी बोलते हैं विगनर सीड्स सैल। तो ये है तुहाडा। इस तो इलावा यूनिट सैल के कुछ जेड़े पैरामीटर्स ने वो की हो सकते हैं। सब तो पहले तो आएंगे क्रिस्टैलोग्राफिक एक्सिस। देखो यह तुहाडा यूनिट सैल है इधर एक्स वाई और जेड एक्सिस की तरफ जेड़े ने तुहाडे को ये जड़ियाँ एक्सिस ने इन्होंने असीं बोलांगे क्रिस्टैलोग्राफिक एक्सिस। ये तुहाडी ए है ओ एक्स ओ वाई और ओ जेड यह तीनों जड़ियाँ ने तुहाडियां क्रिस्टैलोग्राफिक एक्सिस ने। उस तो बाद आंदा जे तुहाडा इंटरफेशियल एंगल्स जेड़े ने इन्ना जिवें जेड़े कि एक्स और वाई जिहड़ी एक्सिस उहदे विचकार जिवें अल्फा बनया होया वाई और जेड दे विच तुहाडा बीटा बनया होया और जेड और एक्स दे विच तुहाडा गामा एंगल बनया होया। तो जिहड़े अल्फा बीटा गामा ये तीनों जिहड़े ने ये तुहाडे इंटरफेशियल एंगल्स ने। इस तो इलावा 3 साइड्स जिहड़ियां ने इन्हां नूं असीं बोलते हैं प्रिमिटिव्स ए बी और सी। जो 3 साइड्स सीगियां जिहड़ियां तुहाडियां मतलब ओ तो लैके एन आ वाली लेंथ ए है इत्थों लैके इत्थों तक तुहाडी लेंथ हैगी है बी इधरों इधर तुहाडी लेंथ हैगी है इस पॉइंट तक तुहाडी लेंथ हैगी है सी। तो ए बी सी जो तीनों ने ये तुहाडियां इन्हां नूं असीं बोलते हैं प्रिमिटिव्स। और अल्फा बीटा गामा नूं असीं बोलांगे इंटरफेशियल एंगल्स और ओ एक्स ओ वाई ओ जी नूं असीं बोलांगे क्रिस्टैलोग्राफिक एक्सिस।